ਮੇਰਾ ਦਿਓਰ ਰੋਜ਼ ਆਪਣੀ ਪਤਨੀ ਨੂੰ ਮਾਰਦਾ ਸੀ ਤੇ ਉਸਦੇ ਰੋਣ ਦੀ ਆਵਾਜ਼ ਮੇਰੇ ਕਮਰੇ ਤੱਕ ਆਉਂਦੀ। ਕਦੇ-ਕਦੇ ਤਾਂ ਮੈਨੂੰ ਇਹ ਸੋਚ ਕੇ ਬਹੁਤ ਗੁੱਸਾ ਆਉਂਦਾ ਸੀ ਕਿ ਮੇਰਾ ਦਿਓਰ ਇੰਨਾ ਜ਼ਾਲਿਮ ਕਿਵੇਂ ਹੋ ਸਕਦਾ ਹੈ। ਮੈਂ ਸੋਚਦੀ ਕਿ ਉਹਨਾਂ ਦੇ ਕਮਰੇ ਵਿੱਚ ਜਾ ਕੇ ਦੇਖਾਂ ਕਿ ਉਹਨਾਂ ਵਿੱਚ ਕਿਸ ਗੱਲ 'ਤੇ ਲੜਾਈ ਹੁੰਦੀ ਹੈ, ਪਰ ਮੇਰੇ ਪਤੀ ਨੇ ਮੈਨੂੰ ਸਖਤੀ ਨਾਲ ਮਨਾ ਕਰ ਦਿੱਤਾ ਸੀ ਕਿ ਤੈਨੂੰ ਉਹਨਾਂ ਦੇ ਮਾਮਲੇ ਵਿੱਚ ਬੋਲਣ ਦੀ ਜ਼ਰੂਰਤ ਨਹੀਂ ਹੈ। ਪਰ ਇੱਕ ਰਾਤ ਮੈਂ ਪਤੀ ਦੇ ਮਨਾ ਕਰਨ ਦੇ ਬਾਵਜੂਦ ਵੀ ਦਿਓਰ ਦੇ ਕਮਰੇ ਵਿੱਚ ਚਲੀ ਗਈ ਤੇ ਉੱਥੇ ਜੋ ਕੁਝ ਮੈਂ ਦੇਖਿਆ ਉਸ ਨੂੰ ਦੇਖ ਕੇ ਮੇਰੀਆਂ ਅੱਖਾਂ ਅੱਡੀਆਂ ਹੀ ਰਹਿ ਗਈਆਂ। ਕਦੇ-ਕਦੇ ਜੋ ਅਸੀਂ ਸੋਚਦੇ ਹਾਂ ਉਵੇਂ ਦਾ ਨਹੀਂ ਹੁੰਦਾ, ਸਭ ਕੁਝ ਉਸ ਦੇ ਉਲਟ ਹੀ ਹੁੰਦਾ ਹੈ। ਮੇਰੇ ਨਾਲ ਵੀ ਕੁਝ ਅਜਿਹਾ ਹੀ ਹੋਇਆ। ਮੇਰਾ ਵਿਆਹ ਪ੍ਰਦੀਪ ਨਾਲ ਹੋਇਆ ਸੀ। ਮੈਂ ਵਿਆਹ ਤੋਂ ਬਾਅਦ ਆਪਣੇ ਸਸੁਰਾਲ ਆਈ ਤਾਂ ਬਹੁਤ ਖੁਸ਼ ਸੀ। ਪ੍ਰਦੀਪ ਦਾ ਸੁਭਾਅ ਬਹੁਤ ਚੰਗਾ ਸੀ। ਮੈਂ ਬਹੁਤ ਖੁਸ਼ਨਸੀਬ ਸੀ ਜੋ ਇੰਨਾ ਚੰਗਾ ਪਤੀ ਮਿਲਿਆ। ਮੈਂ ਜਦੋਂ ਰਾਤ ਨੂੰ ਆਪਣੇ ਕਮਰੇ ਵਿੱਚ ਬੈਠੀ ਸੀ ਤਾਂ ਅਚਾਨਕ ਮੈਨੂੰ ਕਿਸੇ ਦੇ ਰੋਣ ਚੀਖਣ ਦੀ ਆਵਾਜ਼ ਆਉਣ ਲੱਗੀ। ਆਵਾਜ਼ਾਂ ਸੁਣ ਕੇ ਮੈਂ ਸਹਿਮ ਗਈ। ਮੇਰਾ ਦਿਲ ਘਬਰਾਉਣ ਲੱਗਿਆ। ਮੈਂ ਸੋਚ ਰਹੀ ਸੀ ਕਿ ਬਾਹਰ ਜਾ ਕੇ ਦੇਖਾਂ ਕਿ ਆਖਿਰ ਮਾਜਰਾ ਕੀ ਹੈ, ਪਰ ਉਦੋਂ ਤੱਕ ਮੇਰੇ ਪਤੀ ਕਮਰੇ ਵਿੱਚ ਆ ਗਏ। ਮੈਨੂੰ ਘਬਰਾਇਆ ਹੋਇਆ ਦੇਖ ਕੇ ਉਹ ਸਮਝ ਗਏ ਕਿ ਮੈਂ ਕੀ ਸੋਚ ਰਹੀ ਹਾਂ ਤਾਂ ਕਹਿਣ ਲੱਗੇ ਕਿ ਤੂੰ ਪਰੇਸ਼ਾਨ ਨਾ ਹੋ। ਇਸ ਘਰ ਵਿੱਚ ਸਭ ਆਪਣੀ ਮਰਜ਼ੀ ਨਾਲ ਜਿਉਂਦੇ ਹਨ, ਤੈਨੂੰ ਕਿਸੇ ਵਿੱਚ ਬੋਲਣ ਦੀ ਜ਼ਰੂਰਤ ਨਹੀਂ ਹੈ। ਮੈਂ ਆਪਣੀ ਪਤਨੀ ਨੂੰ ਪੁੱਛਿਆ ਕਿ ਇਹ ਕਿਸ ਦੇ ਰੋਣ ਦੀ ਆਵਾਜ਼ ਹੈ। ਉਹਨਾਂ ਨੇ ਦੱਸਿਆ ਕਿ ਉਹ ਮੇਰੀ ਦਰਾਣੀ ਹੈ, ਉਹ ਰੋਜ਼ ਰਾਤ ਨੂੰ ਇਸ ਤਰ੍ਹਾਂ ਹੀ ਰੋਂਦੀ ਹੈ। ਦਰਅਸਲ ਮੇਰੇ ਦਿਓਰ ਦਾ ਵਿਆਹ ਪਹਿਲਾਂ ਹੀ ਹੋ ਗਿਆ ਸੀ। ਮੇਰੇ ਪਤੀ ਨੇ ਕਿਹਾ ਕਿ ਇਹ ਉਹਨਾਂ ਦੋਨਾਂ ਦੇ ਪਤੀ ਪਤਨੀ ਦਾ ਆਪਸ ਦਾ ਮਾਮਲਾ ਹੈ, ਤੂੰ ਇਸ ਵੱਲ ਜ਼ਿਆਦਾ ਧਿਆਨ ਨਾ ਦੇ। ਫਿਰ ਅਸੀਂ ਆਪਣੀਆਂ ਗੱਲਾਂ ਕਰਨ ਲੱਗੇ। ਅਗਲੀ ਸਵੇਰ ਜਦੋਂ ਮੈਂ ਕਮਰੇ ਵਿੱਚੋਂ ਬਾਹਰ ਆਈ ਤਾਂ ਮੇਰੀ ਦਰਾਣੀ ਕੰਮ ਵਿੱਚ ਕੰਮ ਕਰ ਰਹੀ ਸੀ। ਮੈਂ ਸੋਚਿਆ ਕਿ ਉਸ ਤੋਂ ਪੁੱਛਦੀ ਹਾਂ ਕਿ ਰਾਤ ਕੀ ਹੋਇਆ ਸੀ, ਤੂੰ ਰੋ ਕਿਉਂ ਰਹੀ ਸੀ। ਪਰ ਮੈਂ ਫਿਰ ਸੋਚਿਆ ਕਿ ਕਿਤੇ ਮੇਰੀ ਦਰਾਣੀ ਨੂੰ ਮੇਰੀ ਗੱਲ ਦਾ ਬੁਰਾ ਨਾ ਲੱਗ ਜਾਵੇ, ਇਸ ਲਈ ਮੈਂ ਉਸ ਤੋਂ ਕੁਝ ਨਾ ਪੁੱਛਿਆ। ਮੇਰੀ ਸੱਸ ਨੇ ਮੈਨੂੰ ਨਾਸ਼ਤੇ ਲਈ ਬੁਲਾਇਆ। ਮੇਰੇ ਦਿਓਰ ਨੂੰ ਦੇਖ ਕੇ ਮੈਂ ਸੋਚਣ ਲੱਗੀ ਕਿ ਪਤਾ ਨਹੀਂ ਉਹ ਆਪਣੀ ਪਤਨੀ ਨਾਲ ਅਜਿਹਾ ਵਿਵਹਾਰ ਕਿਉਂ ਕਰਦਾ ਹੈ। ਮੈਨੂੰ ਉਸ ਨੂੰ ਦੇਖ ਕੇ ਬਹੁਤ ਗੁੱਸਾ ਆ ਰਿਹਾ ਸੀ, ਪਰ ਬਾਕੀ ਸਭ ਨੋਰਮਲ ਸਨ, ਜਿਵੇਂ ਰਾਤ ਨੂੰ ਕੁਝ ਹੋਇਆ ਹੀ ਨਾ ਹੋਵੇ। ਅਗਲੀ ਰਾਤ ਮੇਰੀ ਦਰਾਣੀ ਦੇ ਰੋਣ ਦੀ ਆਵਾਜ਼ ਫਿਰ ਆਉਣ ਲੱਗੀ। ਮੈਂ ਸੋਚਣ ਲੱਗੀ ਕਿ ਆਖਿਰ ਮਾਜਰਾ ਕੀ ਹੈ ਕਿ ਉਹ ਮੇਰੀ ਦਰਾਣੀ ਰੋਜ਼ ਰਾਤ ਨੂੰ ਰੋਂਦੀ ਹੈ। ਮੇਰੇ ਪਤੀ ਤੋਂ ਪੁੱਛਣ ਦੀ ਕੋਸ਼ਿਸ਼ ਵੀ ਕਰਦੀ, ਪਰ ਉਹ ਕੁਝ ਨਾ ਦੱਸਦੇ ਤੇ ਮੈਨੂੰ ਵੀ ਕਹਿੰਦੇ ਕਿ ਪਤੀ ਪਤਨੀ ਦੇ ਮਾਮਲੇ ਤੋਂ ਦੂਰ ਰਹਿ। ਉਹ ਕੁਝ ਵੀ ਕਰਨ, ਇਹ ਉਹਨਾਂ ਦਾ ਮਾਮਲਾ ਹੈ। ਅਗਲੀ ਸਵੇਰ ਮੇਰੀ ਸੱਸ ਮੇਰੀ ਦਰਾਣੀ ਨੂੰ ਕਿਸੇ ਗੱਲ 'ਤੇ ਡਾਂਟ ਰਹੀ ਸੀ। ਮੇਰਾ ਦਿਓਰ ਬੈਠਾ ਸਭ ਕੁਝ ਸੁਣ ਰਿਹਾ ਸੀ, ਪਰ ਉਸਨੇ ਆਪਣੀ ਮਾਂ ਨੂੰ ਕੁਝ ਨਹੀਂ ਕਿਹਾ। ਮੇਰੇ ਵਿਆਹ ਨੂੰ 2 ਹਫ਼ਤੇ ਹੋ ਗਏ, ਪਰ ਪ੍ਰਦੀਪ ਤੇ ਮੈਂ ਇਕੱਠੇ ਬੈਠ ਕੇ ਕਦੇ ਖਾਣਾ ਨਹੀਂ ਖਾਧਾ ਸੀ, ਕਿਉਂਕਿ ਇਹ ਮੇਰੇ ਸਸੁਰਾਲ ਦਾ ਨਿਯਮ ਸੀ। ਮੇਰੀ ਸੱਸ ਮੈਨੂੰ ਤਾਂ ਕੁਝ ਨਹੀਂ ਕਹਿੰਦੀ, ਪਰ ਮੇਰੀ ਦਰਾਣੀ ਨੂੰ ਹਮੇਸ਼ਾ ਬੋਲਦੀ ਰਹਿੰਦੀ। ਮੇਰੀ ਸੱਸ ਦਾ ਸੁਭਾਅ ਸਖਤ ਸੀ। ਪ੍ਰਦੀਪ ਦੇ ਦੋਸਤ ਦਾ ਵਿਆਹ ਸੀ, ਪਰ ਮੇਰੀ ਸੱਸ ਨੇ ਮੈਨੂੰ ਉਹਨਾਂ ਨਾਲ ਨਾ ਜਾਣ ਦਿੱਤਾ। ਅੱਜ ਪ੍ਰਦੀਪ ਘਰ ਨਹੀਂ ਸਨ। ਮੇਰੇ ਕੋਲ ਇਹੀ ਮੌਕਾ ਸੀ। ਮੈਂ ਸੋਚਿਆ ਕਿ ਜਾ ਕੇ ਦੇਖਦੀ ਹਾਂ ਕਿ ਦਿਓਰ ਦੇ ਕਮਰੇ ਵਿੱਚ ਕੀ ਹੁੰਦਾ ਹੈ। ਮੈਂ ਹੌਲੀ-ਹੌਲੀ ਆਪਣੇ ਕਮਰੇ ਵਿੱਚੋਂ ਬਾਹਰ ਨਿਕਲੀ ਤਾਂ ਕਿ ਮੇਰੀ ਸੱਸ ਨੂੰ ਪਤਾ ਨਾ ਚੱਲੇ ਤੇ ਮੈਂ ਦੱਬੇ ਪਿਆਰੀ ਦਿਓਰ ਦੇ ਕਮਰੇ ਵੱਲ ਗਈ। ਮੈਂ ਕਮਰੇ ਦੇ ਕੋਲ ਜਾ ਕੇ ਦੇਖਿਆ ਤਾਂ ਕੁੰਡੀ ਨਹੀਂ ਲੱਗੀ ਸੀਗੀ। ਮੈਂ ਡਰਦੇ-ਡਰਦੇ ਕਮਰੇ ਦਾ ਦਰਵਾਜ਼ਾ ਖੋਲ੍ਹਿਆ। ਜੋ ਮੈਂ ਅੰਦਰ ਦੇਖਿਆ ਉਹ ਦੇਖ ਕੇ ਹੈਰਾਨ ਰਹਿ ਗਈ ਕਿ ਇਹ ਮਾਜਰਾ ਕੀ ਹੈ। ਮੈਨੂੰ ਅਚਾਨਕ ਦੇਖ ਕੇ ਮੇਰੇ ਦਿਓਰ ਤੇ ਦਰਾਣੀ ਹੈਰਾਨ ਹੋ ਗਏ। ਉਹਨਾਂ ਨੇ ਸੋਚਿਆ ਵੀ ਨਹੀਂ ਹੋਣਾ ਕਿ ਮੈਂ ਇਸ ਤਰ੍ਹਾਂ ਅਚਾਨਕ ਉਹਨਾਂ ਦੇ ਕਮਰੇ ਵਿੱਚ ਆ ਜਾਵਾਂਗੀ। ਅੰਦਰ ਦਾ ਨਜ਼ਾਰਾ ਅਜਿਹਾ ਸੀ ਕਿ ਮੈਂ ਆਪਣੀ ਅੱਖਾਂ 'ਤੇ ਯਕੀਨ ਨਹੀਂ ਕਰ ਪਾ ਰਹੀ ਸੀ। ਅੰਦਰ ਜਾ ਕੇ ਮੈਂ ਦੇਖਿਆ ਉਹ ਦੋਨੋਂ ਇੱਕ ਦੂਜੇ ਨੂੰ ਪਿਆਰ ਨਾਲ ਖਾਣਾ ਖਵਾ ਰਹੇ ਸਨ ਤੇ ਉਹਨਾਂ ਕੋਲ ਇੱਕ ਮੋਬਾਈਲ ਰੱਖਿਆ ਹੋਇਆ ਸੀ ਜਿਸ ਵਿੱਚੋਂ ਰੋਣ ਦੀ ਆਵਾਜ਼ ਆ ਰਹੀ ਸੀ। ਇਹ ਆਵਾਜ਼ ਤਾਂ ਮੇਰੀ ਦਰਾਣੀ ਦੀ ਸੀ। ਮੇਰੀ ਦਰਾਣੀ ਨੇ ਮੈਨੂੰ ਦੇਖ ਕੇ ਅੰਦਰ ਬੁਲਾਇਆ। ਮੈਂ ਹੈਰਾਨੀ ਨਾਲ ਉਹਨਾਂ ਵੱਲ ਦੇਖ ਰਹੀ ਸੀ। ਮੈਂ ਉਹਨਾਂ ਨੂੰ ਪੁੱਛ ਹੀ ਲਿਆ ਕਿ ਇਹ ਸਭ ਕੀ ਹੈ। ਮੈਂ ਤਾਂ ਤੁਹਾਡਾ ਝਗੜਾ ਖਤਮ ਕਰਵਾ ਕੇ ਸੁਲ੍ਹਾ ਕਰਾਉਣ ਆਈ ਸੀ। ਇਸ ਘਰ ਵਿੱਚ ਕਿਸੇ ਨੂੰ ਤੇਰੇ ਰੋਣ ਨਾਲ ਕੋਈ ਫਰਕ ਨਹੀਂ ਪੈਂਦਾ, ਪਰ ਇੱਥੇ ਤਾਂ ਕੁਝ ਹੋਰ ਹੀ ਚੱਲ ਰਿਹਾ ਹੈ। ਇਹ ਸੁਣ ਕੇ ਮੇਰੀ ਦਰਾਣੀ ਕਹਿਣ ਲੱਗੀ ਕਿ ਸਾਡੀ ਲਵ ਮੈਰਿਜ ਹੋਈ ਸੀ। ਅਸੀਂ ਕਾਲਜ ਤੋਂ ਹੀ ਇੱਕ ਦੂਜੇ ਨੂੰ ਪਸੰਦ ਕਰਦੇ ਸੀ, ਪਰ ਇਸ ਘਰ ਵਿੱਚ ਲਵ ਮੈਰਿਜ ਦੀ ਇਜਾਜ਼ਤ ਨਹੀਂ ਸੀ। ਜਦੋਂ ਮੈਂ ਵਿਆਹ ਕਰਕੇ ਇਸ ਘਰ ਵਿੱਚ ਆਈ ਉਦੋਂ ਤੋਂ ਹੀ ਮੇਰੀ ਸੱਸ ਨੇ ਮੇਰਾ ਜਿਉਣਾ ਦੁੱਭਰ ਕਰ ਦਿੱਤਾ। ਦਿਨ ਰਾਤ ਸਾਡੇ ਵਿੱਚ ਲੜਾਈ ਕਰਾਉਣ ਦੀ ਕੋਸ਼ਿਸ਼ ਵਿੱਚ ਲੱਗੀ ਰਹਿੰਦੀ ਸੀ ਤਾਂ ਕਿ ਸਾਡਾ ਤਲਾਕ ਹੋ ਜਾਵੇ ਤੇ ਉਹਨਾਂ ਦਾ ਵਿਆਹ ਉਹਨਾਂ ਦੀ ਪਸੰਦ ਦੀ ਕੁੜੀ ਨਾਲ ਕਰਵਾ ਲੈਣ। ਉਹ ਹਮੇਸ਼ਾ ਮੇਰੇ ਕੰਮ ਵਿੱਚ ਨੁਕਸ ਕੱਢਦੀ ਰਹਿੰਦੀ। ਹਰ ਵੇਲੇ ਮੈਨੂੰ ਕੁਝ ਨਾ ਕੁਝ ਸੁਣਾਉਂਦੀ ਰਹਿੰਦੀ, ਮੈਨੂੰ ਹਰ ਰੋਜ਼ ਤਾਨੇ ਦਿੰਦੀ। ਪਰ ਸੱਸ ਦੀਆਂ ਇਹਨਾਂ ਕੋਸ਼ਿਸ਼ਾਂ ਦੇ ਬਾਵਜੂਦ ਵੀ ਸਾਡੇ ਵਿੱਚ ਲੜਾਈ ਨਹੀਂ ਹੋਈ। ਉਹ ਮੈਨੂੰ ਹਰ ਵੇਲੇ ਕੋਸਦੀ ਰਹਿੰਦੀ ਤੇ ਕਹਿੰਦੀ ਕਿ ਮੈਂ ਮਾਂ ਪੁੱਤ ਵਿੱਚ ਫਰਕ ਪਵਾ ਦਿੱਤਾ ਹੈ, ਪਰ ਮੈਂ ਉਹਨਾਂ ਨੂੰ ਮੋੜ ਕੇ ਕੋਈ ਜਵਾਬ ਨਾ ਦਿੰਦੀ।
ਇੱਕ ਦਿਨ ਸਾਡਾ ਕਿਸੇ ਗੱਲ ਪਿੱਛੇ ਛੋਟਾ ਜਿਹਾ ਝਗੜਾ ਹੋ ਗਿਆ। ਇਹ ਦੇਖ ਕੇ ਮੇਰੀ ਸੱਸ ਬਹੁਤ ਖੁਸ਼ ਹੋਈ। ਫਿਰ ਮੈਂ ਸਮਝ ਗਈ ਕਿ ਇਹੀ ਚਾਹੁੰਦੀ ਹੈ ਕਿ ਸਾਡੇ ਵਿੱਚ ਝਗੜਾ ਹੁੰਦਾ ਰਹੇ। ਫਿਰ ਅਸੀਂ ਲੜਨ ਦਾ ਨਾਟਕ ਕਰਨ ਲੱਗੇ। ਮੇਰੀ ਸੱਸ ਨੂੰ ਲੱਗਣ ਲੱਗਿਆ ਕਿ ਇਹ ਮੈਨੂੰ ਮਾਰਦੇ ਹਨ, ਇਸ ਲਈ ਉਹ ਬਹੁਤ ਖੁਸ਼ ਹੁੰਦੀ ਅਤੇ ਇਹ ਦੇਖ ਕੇ ਉਸਨੇ ਮੈਨੂੰ ਤਾਨੇ ਦੇਣੇ ਵੀ ਘੱਟ ਕਰ ਦਿੱਤੇ। ਪਰ ਅਸੀਂ ਇੱਕ ਦੂਸਰੇ ਨਾਲ ਬਹੁਤ ਖੁਸ਼ ਹਾਂ। ਬਸ ਸੱਸ ਨੂੰ ਦਿਖਾਉਣ ਲਈ ਮੈਂ ਰੋਂਦੀ ਰਹਿੰਦੀ ਹਾਂ। ਤੁਹਾਡੇ ਪਤੀ ਨੂੰ ਵੀ ਇਹ ਸਭ ਪਤਾ ਹੈ, ਉਹ ਸਮਝਦਾਰ ਹਨ। ਇਹ ਸਭ ਸੁਣ ਕੇ ਮੈਂ ਬਹੁਤ ਖੁਸ਼ ਹੋਈ ਕਿ ਮੇਰੇ ਦਿਓਰ ਦਰਾਣੀ ਵਿੱਚ ਸਭ ਠੀਕ ਹੈ। ਫਿਰ ਮੈਂ ਆਪਣੇ ਕਮਰੇ ਵਿੱਚ ਆ ਗਈ। ਮੈਂ ਸੋਚ ਰਹੀ ਸੀ ਕਿ ਮੇਰੀ ਸੱਸ ਕਿਹੋ ਜਿਹੀ ਮਾਂ ਹੈ ਜੋ ਆਪਣੇ ਬੇਟਿਆਂ ਦੀ ਖੁਸ਼ੀ ਵਿੱਚ ਖੁਸ਼ ਨਹੀਂ ਹੁੰਦੀ। ਜਦੋਂ ਮਾਂ ਅਜਿਹੀ ਹੋਵੇ ਤਾਂ ਬੇਟਿਆਂ ਨੂੰ ਦੋਨੋਂ ਰਿਸ਼ਤੇ ਸੰਭਾਲਣ ਲਈ ਕੋਈ ਨਾ ਕੋਈ ਰਾਹ ਤਾਂ ਕੱਢਣਾ ਹੀ ਪੈਂਦਾ ਹੈ। ਇਸ ਲਈ ਦੋਨੋਂ ਭਰਾ ਮਾਂ ਨੂੰ ਵੀ ਖੁਸ਼ ਰੱਖਦੇ ਅਤੇ ਪਤਨੀਆਂ ਨੂੰ ਵੀ। ਇਸ ਲਈ ਪ੍ਰਦੀਪ ਵੀ ਮੇਰੇ ਲਈ ਬਹੁਤ ਕੁਝ ਆਪਣੀ ਮਾਂ ਤੋਂ ਚੋਰੀ ਕਰਦੇ ਸਨ। ਕਦੀ ਕਦੇ ਰਿਸ਼ਤਿਆਂ ਨੂੰ ਬਚਾਉਣ ਅਤੇ ਆਪਣਿਆਂ ਦੀ ਖੁਸ਼ੀ ਲਈ ਅਜਿਹੇ ਕਦਮ ਚੁੱਕਣੇ ਪੈਂਦੇ ਹਨ, ਕਿਉਂਕਿ ਹਰ ਰਿਸ਼ਤੇ ਦੀ ਸਾਡੀ ਜ਼ਿੰਦਗੀ ਵਿੱਚ ਖਾਸ ਜਗ੍ਹਾ ਹੁੰਦੀ ਹੈ ਅਤੇ ਅਸੀਂ ਕੋਈ ਵੀ ਰਿਸ਼ਤਾ ਖੋਣਾ ਨਹੀਂ ਚਾਹੁੰਦੇ। ਤਾਂ ਦੋਸਤੋ, ਇਹ ਸੀ ਅੱਜ ਦੀ ਕਹਾਣੀ। ਉਮੀਦ ਕਰਦੇ ਹਾਂ ਤੁਹਾਨੂੰ ਪਸੰਦ ਆਈ ਹੋਵੇਗੀ। ਤਾਂ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦਿਓ ਅਤੇ ਚੈਨਲ ਨੂੰ ਵੀ ਜ਼ਰੂਰ ਸਬਸਕ੍ਰਾਈਬ ਕਰਿਓ।